ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੁਸੀਂ ਦੇਖ ਰਹੇ ਹੋ ਨੈਕਸਟ ਲੈਵਲ ਪੰਜਾਬੀ। ਜੇਕਰ ਤੁਹਾਨੂੰ ਆਪਣੇ ਰਿਸ਼ਤੇਦਾਰ, ਭੈਣਾਂ, ਬੱਚਿਆਂ ਦੀ ਫਿਕਰ ਹੈ ਵੀ ਉਹ ਕਿਸੇ ਗਲਤ ਰਸਤੇ 'ਤੇ ਨਾ ਜਾਣ, ਤਾਂ ਅੱਜ ਇਹ ਵੀਡੀਓ ਤੁਹਾਡੇ ਲਈ ਹੈ। ਇਹਦੇ ਵਿੱਚ ਗੱਲ ਕਰਾਂਗੇ ਮਰਦ ਸਮਾਜ ਦੀ ਖਾਸ ਕਰਕੇ, ਅਤੇ ਥੋੜ੍ਹੀ ਜਿਹੀ ਔਰਤ ਸਮਾਜ ਦੀ। ਤੁਸੀਂ ਦੇਖਿਆ ਹੋਣਾ ਵੀ ਇੱਕ ਬੱਚੀ ਦਾ ਜਦੋਂ ਜਨਮ ਹੁੰਦਾ ਤਾਂ ਕਿਵੇਂ ਕਈ ਲੋਕਾਂ ਦੇ ਚਿਹਰੇ ਉਤਰ ਜਾਂਦੇ ਆ ਵੀ ਕੁੜੀ ਪੈਦਾ ਹੋ ਗਈ ਆ। ਉਹ ਕਿਉਂ ਉਤਰ ਜਾਂਦੇ ਆ? ਖਾਸ ਕਰਕੇ ਮਰਦਾਂ ਦੇ ਉਤਰਦੇ ਆ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਵੀ ਇਹ ਸਮਾਜ ਕਿਹੋ ਜਿਹਾ ਹੈ। ਚਾਹ ਕੇ ਵੀ ਇਹ ਬੱਚੀ ਭਵਿੱਖ ਦੇ ਵਿੱਚ ਆਪਣੇ ਆਪ ਨੂੰ ਬਚਾ ਨਹੀਂ ਸਕੇਗੀ। ਤਾਂ ਸ਼ੁਰੂ ਤੋਂ ਗੱਲ ਵਿਤਕਰੇ ਦੀ ਹੋ ਜਾਂਦੀ ਹੈ। ਇੱਕ ਕੁੜੀ ਅਤੇ ਮੁੰਡੇ ਦੇ ਵਿੱਚ ਬਹੁਤ ਵੱਡਾ ਅੰਤਰ ਰੱਖਿਆ ਜਾਂਦਾ ਆਪਣੇ ਸਮਾਜ ਦੇ ਵਿੱਚ। ਜਦੋਂ ਤੱਕ ਠੀਕ ਹੈ, ਬੱਚੇ ਨਿੱਕੇ ਆ, 2 ਸਾਲ 4 ਸਾਲ 5 ਸਾਲ 6 ਸਾਲ 7 ਸਾਲ ਤੱਕ। 7 ਸਾਲ ਤੋਂ ਬਾਅਦ ਤਕਰੀਬਨ ਪਾਬੰਦੀਆਂ ਸ਼ੁਰੂ ਹੋ ਜਾਂਦੀਆਂ ਹੈ ਔਰਤ ਦੇ ਉੱਤੇ। ਅਤੇ 7-8 ਸਾਲ ਦਾ ਜੋ ਬੱਚਾ ਹੁੰਦਾ, ਜੋ ਮਰਦ ਬਣਦਾ ਗਾ, ਉਸ ਨੂੰ ਇਹ ਸਮਝ ਆ ਜਾਂਦੀ ਹੈ ਕਿ ਔਰਤ ਕੀ ਹੈ ਅਤੇ ਮਰਦ ਕੀ ਹੈ। ਉਸ ਤੋਂ ਅੱਗੇ 9 ਸਾਲ 10 ਸਾਲ ਦੇ ਵਿੱਚ ਉਹਨਾਂ ਦੇ ਵਿੱਚ ਆਕਰਸ਼ਣ ਪੈਦਾ ਹੋਣ ਲੱਗ ਜਾਂਦਾ ਗਾ, ਇੱਕ ਦੂਜੇ ਨੂੰ ਵੇਖਣਾ। ਇਹ ਕਿਉਂ ਹੋਇਆ ਹੈਗਾ? ਪਹਿਲਾਂ ਨਹੀਂ ਹੁੰਦਾ ਸੀਗਾ। ਪਹਿਲਾਂ ਇਹ ਆਕਰਸ਼ਣ 18-20 ਸਾਲ 'ਤੇ ਜਾ ਕੇ ਹੁੰਦਾ ਸੀ। ਅੱਜ ਦੇ ਜ਼ਮਾਨੇ ਦੇ ਵਿੱਚ ਘਰਾਂ ਦੇ ਵਿੱਚ ਜੋ TV ਉੱਤੇ ਚੱਲ ਰਿਹਾ ਗਾ, ਜੋ ਮੋਬਾਈਲ ਉੱਤੇ ਚੱਲ ਰਿਹਾ, ਉਹ ਸਭ ਇਹੀ ਚੀਜ਼ਾਂ ਨੂੰ ਡਿਸਕਰਾਈਬ ਕਰਦਾ ਗਾ। ਇੱਕ ਔਰਤ ਕੀ ਹੈ, ਇੱਕ ਮਰਦ ਕੀ ਆ, ਇਹ ਕਰਦੇ ਕੀ ਆ ਸਮਾਜ ਦੇ ਵਿੱਚ, ਇਹੀ ਕੁਝ ਦਿਖਾਇਆ ਜਾਂਦਾ ਹੈ ਗਾਣਿਆਂ ਦੇ ਰਾਹੀਂ। ਕਿਵੇਂ ਤੁਸੀਂ ਆਪਣੇ ਮਾਂ ਪਿਓ ਨੂੰ ਬੇਵਕੂਫ ਬਣਾਉਣਾ, ਕਿਵੇਂ ਤੁਸੀਂ ਆਸ਼ਕੀ ਕਰਨੀ ਆ, ਕਿਵੇਂ ਤੁਸੀਂ ਬਹਾਨੇ ਕਰਨੇ ਆ, ਕਿਵੇਂ ਤੁਸੀਂ ਲੜਾਈਆਂ ਕਰਨੀਆਂ, ਕਿਵੇਂ ਤੁਸੀਂ ਕਿਸੇ ਨੂੰ ਮਿਲਣਾ ਹੈ, ਸਭ ਕੁਛ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਬੈਠੇ ਬਿਠਾਇਆਂ ਨੂੰ। ਅਤੇ ਜਦੋਂ ਰੈਡੀ ਹੋ ਜਾਂਦੇ ਆ ਸਕੂਲਾਂ ਦੇ ਵਿੱਚ, ਫਿਰ ਉਹ ਅੱਖ ਰੱਖਦੇ ਆ ਕਿਸੇ ਹੋਰ ਕੁੜੀਆਂ ਦੇ ਉੱਤੇ। ਕੁੜੀਆਂ ਨੇ ਵੀ ਸਭ ਕੁਛ ਦੇਖਿਆ ਹੁੰਦਾ TV ਦੇ ਵਿੱਚ, ਗਾਣਿਆਂ ਦੇ ਵਿੱਚ। ਇੱਥੇ ਇੱਕ ਪੁਆਇੰਟ ਆਉਂਦਾ ਵੀ ਇਸ ਉਮਰ ਤੋਂ ਪਹਿਲਾਂ ਹੀ ਮਾਂ ਪਿਓ ਨੂੰ ਆਪਣੇ ਬੱਚਿਆਂ ਨੂੰ ਸਿੱਖਿਆ ਦੇਣੀ ਚਾਹੀਦੀ ਹੈ, ਮੁੰਡੇ ਨੂੰ ਵੀ ਅਤੇ ਕੁੜੀ ਨੂੰ ਵੀ, ਕਿ ਜੋ ਇਹ ਦੁਨੀਆ TV ਦੇ ਵਿੱਚ ਆ ਜਾਂ ਮੋਬਾਈਲ ਦੇ ਵਿੱਚ ਆ, ਇਹ ਅਸਲੀ ਨਹੀਂ ਹੈ। ਅਸਲ ਸਮਾਜ ਕਿਵੇਂ ਕੰਮ ਕਰਦਾ, ਇਹ ਉਹਨਾਂ ਨੂੰ ਸਿਖਾਉਣਾ ਚਾਹੀਦਾ ਹੈ। ਤਾਂ ਅੱਗੇ ਜਦੋਂ ਹਾਈ ਸਕੂਲ ਤੱਕ ਗੱਲ ਜਾਂਦੀ ਆ, 15-15 ਸਾਲ ਤੱਕ ਬੱਚੇ ਹੋ ਜਾਂਦੇ ਆ, ਤਾਂ ਉਹਨਾਂ ਨੂੰ ਜਦੋਂ ਹੋਰ ਸਕੂਲਾਂ ਦੇ ਵਿੱਚ ਜਾਂਦੇ ਆ, ਹੋਰ ਜਗ੍ਹਾਵਾਂ 'ਤੇ ਜਾਂਦੇ ਆ, ਤਾਂ ਉਹਨਾਂ ਦੇ ਵਿੱਚ ਉਹ ਗੱਲਾਂ ਜਦੋਂ ਹੋਰ ਆਪ ਤੋਂ ਵੱਡੀ ਉਮਰ ਦੇ ਮੁੰਡਿਆਂ ਦੇ ਵਿੱਚ ਬਹਿੰਦਾ, ਉਹਨੂੰ ਸਮਝ ਲੱਗ ਜਾਂਦੀ ਹੈ ਕਿ ਕੁੜੀਆਂ ਨੂੰ ਆਪਾਂ ਅੱਖ ਮਾਰਨੀ ਆ, ਇਹਨਾਂ ਨੂੰ ਬੁਲਾਉਣਾ ਗਾ, ਛੇੜਨਾ ਹੈ, ਸੈਟਿੰਗ ਕਰਨੀ ਆ, ਇਹਨਾਂ ਦੇ ਨਾਲ ਫਰੈਂਡਸ਼ਿਪ ਕਰਨੀ ਆ, ਅੱਜ ਦੇ ਸੋ ਕਾਲਡ ਕਹਿੰਦੇ। ਅਤੇ ਉਹਨਾਂ ਨੂੰ ਫੋਰਸ ਕਰਨਾ। ਕੁੜੀਆਂ ਘਰੋਂ ਬਾਹਰ ਨਹੀਂ ਨਿਕਲੀਆਂ ਹੁੰਦੀਆਂ ਕਦੇ ਵੀ, ਘਰੇ ਉਹਨਾਂ ਨੂੰ ਦਬਾ ਕੇ ਰੱਖਿਆ ਜਾਂਦਾ ਗਾ। ਕੁੜੀ ਇੱਥੇ ਬੈਠ, ਉੱਥੇ ਬੈਠ, ਸਿਰ ਟੱਕ, ਫਲਾਨਾ ਕਰ, ਬਾਹਰ ਨਾ ਜਾ, ਅੰਦਰ ਆ, ਗੇਟ 'ਚ ਨਾ ਖੜ, ਇਹ ਨਾ ਕਰ, ਉਹ ਨਾ ਕਰ। ਟੋਕਾ ਟਕਾਈ ਦੀ ਜ਼ਿੰਦਗੀ ਹੁੰਦੀ ਹੈ ਉਹਨਾਂ ਦੀ। ਸਕੂਲ ਦੇ ਵਿੱਚ ਜਾ ਕੇ ਥੋੜ੍ਹੀ ਜਿਹੀ ਉਹਨਾਂ ਨੂੰ ਆਜ਼ਾਦੀ ਮਹਿਸੂਸ ਹੁੰਦੀ ਆ। ਅਤੇ ਬਾਅਦ ਦੇ ਵਿੱਚ ਕੀ ਹੁੰਦਾ ਗਾ, ਉਹਨਾਂ ਨੂੰ ਕੋਈ ਮੁੰਡਾ ਜਦੋਂ ਉਹਨਾਂ ਤੱਕ ਅਪਰੋਚ ਕਰਦਾ ਹੈ, ਉਹਨਾਂ ਨੂੰ ਸਮਾਈਲ ਕਰਦਾ ਹੈ ਜਾਂ ਬੁਲਾਉਂਦਾ ਹੈ ਜਾਂ ਉਹਨੂੰ ਵਧੀਆ ਵਿਵਹਾਰ ਕਰਦਾ ਹੈ, ਰਿਸਪੈਕਟ ਕਰਦਾ ਹੈ, ਤਾਂ ਕੁੜੀਆਂ ਨੂੰ ਉਹ ਵਧੀਆ ਲੱਗਦਾ ਹੈ, ਕਿਉਂਕਿ ਉਹਨਾਂ ਨੂੰ ਘਰੇ ਸਿਰਫ ਝਿੜਕਾਂ ਹੀ ਮਿਲੀਆਂ ਹੁੰਦੀਆਂ ਜ਼ਿਆਦਾਤਰ। ਤਾਂ ਇਸੇ ਤਰ੍ਹਾਂ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਆਕਰਸ਼ਣ ਦੇ ਵਿੱਚ ਜੋ ਮਰਦ ਔਰਤ ਦੇ ਵਿੱਚ ਹੁੰਦਾ ਹੈ। ਹਰ ਪ੍ਰਜਾਤੀ ਦੇ ਵਿੱਚ ਧਰਤੀ ਦੇ ਉੱਤੇ ਮੇਲ ਫੀਮੇਲ, ਨਰ ਮਾਦਾ ਜੋ ਵੀ ਆ, ਉਹਨਾਂ ਨੇ ਇੱਕ ਦੂਜੇ ਵੱਲ ਖਿੱਚੇ ਤੁਰੇ ਜਾਣਾ ਗਾ। ਬਲਕਿ ਹੋਰ ਪ੍ਰਜਾਤੀਆਂ ਦੇ ਵਿੱਚ ਇੰਨੀ ਸੈਂਸ ਨਹੀਂ ਹੈ, ਥਿੰਕਿੰਗ ਨਹੀਂ ਹੈ ਵੀ ਇਸ ਦਾ ਨਤੀਜਾ ਕੀ ਨਿਕਲਦਾ ਗਾ। ਉਹਨਾਂ ਨੇ ਬਸ ਜੋ ਕਰਨਾ ਕਰ ਦੇਣਾ ਗਾ।
ਇਨਸਾਨ ਨੂੰ ਇਹ ਸਮਝ ਆ, ਕਦੇ ਸੋਚ ਕੇ ਦੇਖਿਆ ਵਿਆਹ ਕਿਉਂ ਕੀਤਾ ਜਾਂਦਾ ਹੈ? ਵਿਆਹ ਦਾ ਸਿਸਟਮ ਇਹ ਇਨਸਾਨਾਂ ਦੀ ਪ੍ਰਜਾਤੀ ਦੇ ਵਿੱਚ ਕਿਉਂ ਲਿਆਂਦਾ ਗਿਆ ਵੀ ਵਿਆਹ ਹੁੰਦਾ ਹੈ, ਇੰਨੀ ਕੁ ਉਮਰ 'ਤੇ ਵਿਆਹ ਕਰਨਾ ਗਾ? ਸ਼ਾਇਦ ਉਹ ਬਹੁਤ ਪੁਰਾਣਾ ਹੋ ਗਿਆ, ਅੱਜ ਕੱਲ੍ਹ ਵਿਆਹ ਬਹੁਤ ਪਹਿਲਾਂ ਕਰਨ ਦੀ ਲੋੜ ਆ। ਤਾਂ ਉਹ ਸਾਡੇ ਪੂਰਵਜ ਇੰਨੇ ਪਾਗਲ ਨਹੀਂ ਸੀਗੇ ਵੀ ਉਹਨਾਂ ਨੇ ਇਸ ਤਰ੍ਹਾਂ ਦੇ ਸਿਸਟਮ ਬਣਾਏ, ਰਿਸ਼ਤੇ ਬਣਾਏ, ਉਹਨਾਂ ਨੂੰ ਨਾਮ ਦਿੱਤੇ, ਉਹਨਾਂ ਦੀ ਕਦਰ ਕਰਨਾ ਸਿਖਾਇਆ। ਹਰ ਇੱਕ ਧਰਮ ਦੇ ਵਿੱਚ ਇਹ ਚੀਜ਼ਾਂ ਹੈਗੀਆਂ। ਵਿਆਹ ਕਰਨਾ ਇਹ ਜੀਵਨ ਸਾਥੀ ਆ, ਇਹ ਅੱਗੇ ਆਪਣਾ ਜੀਨਸ ਵਧਾਉਣਗੇ, ਆਪਣੇ ਬੱਚੇ ਪੈਦਾ ਕਰਨਗੇ, ਅਤੇ ਮਰਦ ਜਿਹੜਾ ਉਹਨਾਂ ਨੂੰ ਫੀਡ ਕਰੂਗਾ, ਉਹਨਾਂ ਨੂੰ ਖਵਾਊ ਪਿਆਊਗਾ, ਉਹਨਾਂ ਦਾ ਪੋਸ਼ਣ ਕਰੂਗਾ, ਔਰਤ ਬੱਚਿਆਂ ਦੀ ਸੰਭਾਲ ਕਰੇਗੀ। ਤਾਂ ਇਹ ਚੀਜ਼ ਨੂੰ ਬਣਾਉਣ ਦੀ ਕਿਉਂ ਲੋੜ ਪੈ ਗਈ ਆ? ਜੇ ਇਹ ਚੀਜ਼ ਦੀ ਲੋੜ ਹੀ ਨਹੀਂ ਸੀ ਤਾਂ ਅੱਜ ਵਿਆਹ ਵਾਲਾ ਕਲਚਰ ਹੀ ਨਹੀਂ ਹੋਣਾ ਸੀਗਾ। ਤਾਂ ਇਹ ਸਾਰੀਆਂ ਗੱਲਾਂ ਦੇ ਜਵਾਬ ਅੱਗੇ ਆਉਣਗੇ। ਤੁਸੀਂ ਸਮਝ ਸਕਦੇ ਆ, ਅਦਰ ਪ੍ਰਜਾਤੀਆਂ, ਕੁੱਤੇ ਕੁੱਤੀਆਂ ਦੇਖ ਲਓ ਜਾਂ ਹੋਰ ਵੇਖ ਲਓ, ਤਾਂ ਵਿਆਹ ਦੀ ਲੋੜ ਇਸੇ ਕਰਕੇ ਪਈ ਆ। ਹਰ ਮਰਦ ਹਰ ਔਰਤ ਨੂੰ ਸ਼ਿਕਾਰ ਬਣਾ ਕੇ ਚਲਾ ਜਾਂਦਾ ਸੀ ਅਤੇ ਪਿੱਛੋਂ ਉਹਦੇ ਬੱਚਿਆਂ ਨੂੰ ਸਾਂਭਣ ਵਾਲਾ ਕੋਈ ਨਹੀਂ ਰਹਿੰਦਾ ਸੀ। ਮਰਦ ਦਾ ਆਕਰਸ਼ਣ ਸਿਰਫ ਔਰਤ ਦੀ ਜਵਾਨੀ ਤੱਕ ਸੀਮਿਤ ਹੁੰਦਾ ਗਾ, ਅਤੇ ਉਹ ਇੱਕ 'ਤੇ ਨਹੀਂ ਟਿਕਦਾ ਕਦੇ ਵੀ। ਅਲੱਗ-ਅਲੱਗ ਜਦੋਂ ਵੀ ਕੋਈ ਅੱਖਾਂ ਨੂੰ ਉਹਦੇ ਕੋਈ ਹੋਰ ਔਰਤ ਭਾ ਜਾਂਦੀ ਹੈ ਤਾਂ ਉਹਨੂੰ ਪਾਉਣ ਦੀ ਇੱਛਾ ਜਾਗਦੀ, ਉਹਦੀ ਖਾਤਰ ਕੁਛ ਵੀ ਕਰਦਾ ਗਾ। ਇੱਥੇ ਇੱਕ ਗੱਲ ਕਹਿਣੀ ਚਾਹੁੰਦਾ ਗਾ, ਮੈਂ ਇਹ ਦੁਨੀਆ ਦੇ ਹਰ ਇੱਕ ਮਰਦ ਨੂੰ ਨਹੀਂ ਕਹਿ ਰਿਹਾ, ਕੁਛ % ਲੋਕ ਹੈ ਜੋ ਸਾਰਾ ਸਮਾਜ ਦਾ ਜੋ ਸਿਸਟਮ ਖਰਾਬ ਕਰ ਰਿਹਾ। ਅੱਜ ਕੱਲ੍ਹ ਸੋਸ਼ਲ ਮੀਡੀਆ ਦੇਖ ਲਓ, ਖਾਸ ਕਰਕੇ ਇੰਸਟਾਗ੍ਰਾਮ, ਫੇਸਬੁੱਕ, ਅਦਰ ਜੋ ਸੋਸ਼ਲ ਸਾਈਟਾਂ ਹੈ, ਜਿੱਥੇ ਇੱਕ ਕੁੜੀ ਦੀ ID ਹੋਣਾ ਹੀ ਗੁਨਾਹ ਹੈ। ਉਹਨੂੰ ਇੰਨੇ ਹਜ਼ਾਰਾਂ ਮੈਸੇਜ ਆਉਣਗੇ, ਇੰਨੇ ਲੋਕ ਉਹਨੂੰ ਫੋਰਸ ਕਰਨਗੇ, ਇੰਨੇ ਪਿਆਰ ਨਾਲ ਗੱਲ ਕਰਨਗੇ, ਇੰਨੀ ਉਹਨੂੰ ਇੱਜ਼ਤ ਦੇਣਗੇ, ਇੰਨੀਆਂ ਉਹਦੇ ਨਾਲ ਪ੍ਰਭਾਵਿਤ ਗੱਲਾਂ ਕਰਨਗੇ ਕਿ ਉਹ ਰਿਪਲਾਈ ਕਰੇ, ਫੋਟੋ ਭੇਜੇ, ਆਪਣਾ ਐਡਰੈਸ ਦੱਸੇ। ਮਕਸਦ ਕੀ ਆ? ਸਿਰਫ ਉਹਨੂੰ ਆਪਣੀ ਹਵਸ ਮਿਟਾਉਣਾ, ਹੋਰ ਕੁਛ ਵੀ ਨਹੀਂ ਹੈਗਾ। ਕਈ ਜਿਹੜੇ ਇਹ ਕੰਮਾਂ ਦੇ ਵਿੱਚ ਪੈ ਜਾਂਦੇ ਆ, ਕੁੜੀਆਂ ਨੂੰ ਮੈਂ ਬਿਲਕੁਲ ਵੀ ਦੋਸ਼ ਨਹੀਂ ਦੇਣਾ ਚਾਹੂੰਗਾ, ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਗਲਤ ਕੀ ਹੈ ਅਤੇ ਸਹੀ ਕੀ ਆ। ਉਹਨਾਂ ਦਾ ਬ੍ਰੇਨ ਵਾਸ਼ ਕੀਤਾ ਜਾਂਦਾ ਇੱਕ ਤਰ੍ਹਾਂ ਦੇ ਨਾਲ। ਤੁਸੀਂ ਇਮੈਜਿਨ ਕਰੋ, ਇੱਕ ਕੁੜੀ ਹੈ ਜਿਹੜੀ ਘਰੋਂ ਬਾਹਰ ਕਦੇ ਨਹੀਂ ਨਿਕਲੀ, ਉਹ ਬਹੁਤ ਸਮਝਦਾਰ, ਬਹੁਤ ਸਿਆਣੀ ਹੈ। ਜਦੋਂ ਇੱਕ ਅਜਿਹਾ ਮੁੰਡਾ ਉਹਦੇ ਸੰਪਰਕ ਦੇ ਵਿੱਚ ਆਊਗਾ, ਜਿਹੜਾ ਪਹਿਲਾਂ ਕੋਈ 50 ਕੁੜੀਆਂ ਦੇ ਨਾਲ ਉਹ ਰਿਲੇਸ਼ਨਸ਼ਿਪ ਦੇ ਵਿੱਚ ਰਹਿ ਚੁੱਕਿਆ ਹੈ, ਤਾਂ ਉਹ ਕਿੰਨਾ ਮਾਹਿਰ ਹੋਊਗਾ ਉਹ ਕੁੜੀ ਨੂੰ ਫਸਲਾਉਣ ਦੇ ਵਿੱਚ, ਉਹਨੂੰ ਮਨਾਉਣ ਦੇ ਵਿੱਚ, ਉਹਨੂੰ ਪਟਾਉਣ ਦੇ ਵਿੱਚ। ਮੇਰਾ ਖਿਆਲ 1 ਹਫ਼ਤਾ ਹੀ ਕਾਫੀ ਆ, ਜਾਂ ਇਦੋਂ ਘੱਟ। ਕੁੜੀ ਨੂੰ ਉਹ ਸਭ ਲੱਗੂਗਾ ਬਹੁਤ ਪਿਆਰ ਹੈ, ਮੈਨੂੰ ਬੜਾ ਪਿਆਰ ਕਰਦਾ, ਮੇਰੇ ਨਾਲ ਵਿਆਹ ਕਰਾਊਗਾ, ਇਹ ਆ ਵੋ ਆ, ਪਰ ਕੁਛ ਨਹੀਂ ਹੁੰਦਾ ਇਹ ਚੀਜ਼ਾਂ ਦੇ ਵਿੱਚ, ਕੋਈ ਮਤਲਬ ਨਹੀਂ ਹੁੰਦਾ। ਜਦੋਂ ਇੱਕ ਵਾਰੀ ਕਿਸੇ ਕੁੜੀ ਨੂੰ ਇਹ ਚੀਜ਼ਾਂ ਦੀ ਲੱਤ ਲੱਗਦੀ ਆ ਤਾਂ ਉਸ ਨੂੰ ਸਹੀ ਗਲਤ ਦਾ ਕੁਛ ਨਹੀਂ ਪਤਾ ਰਹਿੰਦਾ। ਉਸ ਨੂੰ ਸਿਰਫ ਫਿਰ ਅਗਲੀਆਂ ਮੁਲਾਕਾਤਾਂ ਦੀਆਂ ਡੇਟਾਂ ਫਿਕਸ ਕਰਨੀਆਂ, ਕਿਵੇਂ ਮਿਲਦੇ ਰਹਿਣਾ ਗਾ। ਫਿਰ ਹੌਲੀ ਜਦੋਂ ਉਹਨੂੰ ਪਤਾ ਲੱਗਦਾ ਇਹ ਬੰਦਾ ਤਾਂ ਕਿਸੇ ਹੋਰਾਂ ਨਾਲ ਵੀ ਫਿਰਦਾ ਗਾ, ਫਿਰ ਉਹ ਵੀ ਹੋਰਾਂ ਨਾਲ ਫਿਰਨ ਲੱਗ ਜਾਂਦੇ, ਜਾਣੀ ਕਿ ਉਹ ਆਪਣੇ ਮਕਸਦ ਤੋਂ ਭਟਕ ਜਾਂਦੀ ਆ। ਉਹ ਕੀ ਬਣਨਾ ਚਾਹੁੰਦੀ ਸੀ? ਉਹ ਗੁਲਾਮ ਨਹੀਂ ਰਹਿਣਾ ਚਾਹੁੰਦੀ ਸੀਗੀ, ਉਹ ਇੰਡੀਪੈਂਡੈਂਟ ਹੋਣਾ ਚਾਹੁੰਦੀ ਸੀ, ਉਹ ਖੁਦ ਦਾ ਕੰਮ ਕਰਨਾ ਚਾਹੁੰਦੀ ਸੀ। ਪਰ ਹੁੰਦਾ ਕੀ ਆ, ਉਹਨਾਂ ਨੂੰ ਭਟਕਾਇਆ ਜਾਂਦਾ। ਫਿਰ ਲੋਕ ਕਹਿੰਦੇ ਆ ਕੁੜੀਆਂ ਖਰਾਬ ਆ, ਇਹ ਵੀ ਇਹੋ ਜਿਹੀਆਂ ਹੀ ਆ, ਇਹ ਕਿਸੇ ਤੋਂ ਘੱਟ ਨਹੀਂ, ਕਿਉਂਕਿ ਉਹਨਾਂ ਨੂੰ ਖਰਾਬ ਕਰਨ ਵਾਲਾ ਵੀ ਇੱਕ ਮਰਦ ਹੀ ਹੁੰਦਾ ਗਾ। ਅੱਜ ਕੋਈ 15 ਸਾਲ ਦੀ, 16 ਸਾਲ ਦੀ, 20 ਸਾਲ ਦੀ, 25 ਸਾਲ ਦੀ ਕੁੜੀ ਜੇ ਬਾਜ਼ਾਰ ਵਿੱਚੋਂ ਜਾਂਦੀ ਹੈ ਤਾਂ ਹਰ ਉਮਰ ਦਾ ਮਰਦ ਉਹਨੂੰ ਤੱਕਦਾ ਅਤੇ ਉਹਦੇ ਮਨੋ ਮਨੀ ਉਸ ਦਾ ਬਲਾਤਕਾਰ ਉਹ ਕਰ ਦਿੰਦਾ। ਕਾਸ਼ ਇਹ ਕਿਸੇ ਤਰੀਕੇ ਨਾਲ ਮੈਨੂੰ ਮਿਲ ਜੇ, ਪਰ ਉਹ ਅਪਰੋਚ ਨਹੀਂ ਕਰਦਾ। ਜੇ ਕੋਈ ਰਾਤ ਹੋਵੇ, ਕੋਈ ਜਿਵੇਂ ਕਹਿ ਦਿੰਦੇ ਆ ਰੇਪ ਹੋ ਜਾਂਦਾ, ਇਹ ਇਸੇ ਤਰ੍ਹਾਂ ਹੀ ਹੁੰਦੇ ਆ।
ਅੱਜ 60 ਸਾਲ ਦਾ ਮਰਦ ਹੋਵੇ ਚਾਹੇ 15 ਸਾਲ ਦਾ ਹੋਵੇ, ਉਹ ਮੇਲ ਫੀਮੇਲ ਦਾ ਜੋ ਚੱਕਰ ਹੁੰਦਾ ਉਹ ਆਕਰਸ਼ਣ ਉਹਦੇ ਵੱਲ ਹੋਣਾ ਹੀ ਹੋਣਾ, ਨੈਚੁਰਲੀ ਆ। ਪਰ ਜੇ ਕੁੜੀਆਂ ਨੂੰ ਚਾਹੀਦਾ ਹੈ ਵੀ ਤੁਸੀਂ ਆਪਣੇ ਮੁਕਾਮ ਹਾਸਲ ਕਰਨਾ ਚਾਹੁੰਦੇ, ਚੰਗੀ ਐਜੂਕੇਸ਼ਨ ਲੈਣੀ ਹੈ, ਆਪਣਾ ਖੁਦ ਇੰਡੀਪੈਂਡੈਂਟ ਹੋਣਾ, ਕਿਸੇ ਅਜਿਹੇ ਬੰਦੇ ਦੀ ਗੁਲਾਮੀ ਨਹੀਂ ਕਰਨੀ ਹੈਗੀ ਵੀ ਜੋ ਤੁਹਾਡੇ ਕੱਲ੍ਹ ਨੂੰ ਜੁੱਤੀਆਂ ਵੀ ਮਾਰੇ। ਜੇਕਰ ਇਤਿਹਾਸ ਦੇ ਵਿੱਚ ਜਾਇਆ ਜਾਵੇ ਤਾਂ ਤਕਰੀਬਨ ਹਰ ਧਰਮ ਦੇ ਵਿੱਚ ਔਰਤ ਨੂੰ ਮਰਦ ਦੇ ਪੈਰ ਦੀ ਜੁੱਤੀ ਦੇ ਬਰਾਬਰ ਵੀ ਨਹੀਂ ਸਮਝਿਆ ਜਾਂਦਾ ਸੀ। ਸਿਰਫ ਇੱਕ ਇਸਤੇਮਾਲ ਕਰਨ ਵਾਲੀ ਮਸ਼ੀਨ, ਬੱਚੇ ਪੈਦਾ ਕਰਨ ਵਾਲੀ ਮਸ਼ੀਨ, ਉਹਨਾਂ ਨੂੰ ਖਾਣਾ ਪਕਾਉਣ ਵਾਲੀ ਚੀਜ਼। ਤਾਂ ਉਹ ਮੈਂਟੈਲਿਟੀ, ਉਹ DNA ਦੇ ਵਿੱਚੋਂ ਹਾਲੇ ਤੱਕ ਖ਼ਤਮ ਨਹੀਂ ਹੋਈ ਹੈਗੀ। ਕਹਿਣ ਨੂੰ ਤਾਂ ਕਹਿ ਸਕਦੇ ਹਾਂ, ਕੋਈ ਵੀ ਉਤੋਂ ਕਹਿ ਸਕਦਾ ਵੀ ਠੀਕ ਆ, ਵੀ ਮੈਂ ਰਿਸਪੈਕਟ ਕਰਦਾ, ਮੈਂ ਕਰਦਾ, ਮੈਂ ਇਹੋ ਜਿਹਾ ਨਹੀਂ, ਪਰ ਨਹੀਂ, ਸਭ ਡਰਾਮਾ ਕਰਦੇ ਆ। ਇਹੀ ਸੱਚਾਈ ਆ, ਮੰਨੋ ਜਾਂ ਨਾ ਮੰਨੋ। ਇਹ ਵੇਖੋ ਕਿੰਨੀਆਂ ਆਪਾਂ ਖਬਰਾਂ ਦੇਖੀਆਂ ਭੂੰਡ ਆਸ਼ਕਾਂ ਦੀਆਂ, ਕੁੜੀ ਦੇ ਘਰੇ ਕੁੱਟਿਆ ਗਿਆ, ਫੜਿਆ ਗਿਆ, ਕੁੜੀ ਨੇ ਦਵਾਈ ਪਾਤੀ ਨੀਂਦ ਵਾਲੀ ਜਾਂ ਇਹ ਕਰਤਾ, ਫਿਰ ਕੁੜੀ ਉਹਨਾਂ ਨੂੰ ਦਾਜ ਵਾਲੇ ਉਹਨਾਂ ਨੂੰ ਮਾਰ ਦਿੰਦੇ ਆ, ਤੇਲ ਨਾਲ ਅੱਗ ਲਾ ਦਿੰਦੇ ਆ, ਇਹ ਕਰ ਦਿੰਦੇ ਆ। ਇਹ ਸਾਰਾ ਮਰਦ ਸਮਾਜ ਦਾ ਹੀ ਬਣਾਇਆ ਹੋਇਆ ਸਿਸਟਮ ਆ। ਹੁਣ ਕਹਿਣ ਨੂੰ ਕੁੜੀਆਂ ਕੋਈ ਘਰੋਂ ਬਾਹਰ ਨਿਕਲਦੀਆਂ ਏ, ਪੜ੍ਹਨ ਜਾਣਾ ਪੈਂਦਾ ਏ, ਹੋਰ ਕਿਤੇ ਜਾਣਾ ਪੈਂਦਾ ਹੈਗਾ, ਤਾਂ ਅੱਜ ਕੱਲ੍ਹ ਦੇ ਕਲਚਰ ਦੇ ਵਿੱਚ ਉਹਨਾਂ ਨੂੰ ਕਿਵੇਂ ਫਸਾਇਆ ਜਾਊਗਾ? ਜਿਹੜੇ ਵੱਡੀ ਉਮਰ ਦੇ ਉਹਨਾਂ ਤੋਂ ਮਰਦ ਆ, 10 ਸਾਲ 15 ਸਾਲ ਜਾਂ ਉਹਨਾਂ ਦੇ ਹਮ ਉਮਰ ਦੇ ਆ, ਸਭ ਦੀ ਉਹਨਾਂ 'ਤੇ ਅੱਖ ਹੁੰਦੀ ਆ ਵੀ ਇਸ ਦਾ ਨੰਬਰ ਹਾਸਲ ਕਰੀਏ, ਇਸ ਨੂੰ ਬੁਲਾਉਣਾ ਸ਼ੁਰੂ ਕਰੀਏ, ਇਹਦੀਆਂ ਸਹੇਲੀਆਂ ਤੋਂ ਇਹਨੂੰ ਫੋਰਸ ਕਰੀਏ, ਇਹਨਾਂ ਸਹੇਲੀਆਂ ਨੂੰ ਕਹੀਏ ਮੈਂ ਇਹਦੇ ਨਾਲ ਗੱਲ ਕਰਨੀ ਆ, ਮੈਂ ਮਰ ਜੂੰਗਾ, ਮੈਂ ਦਵਾਈ ਪੀ ਜੂੰਗਾ, ਉਹਨਾਂ ਦੇ ਘਰ ਦੇ ਫੋਨ 'ਤੇ ਲਾਉਣਾ, ਕੁੜੀ ਨੂੰ ਇੰਨਾ ਡਰਾ ਧਮਕਾ ਦੇਣਾ ਵੀ ਉਹ ਮੰਨ ਜਾਵੇ ਉਹਦੇ ਨਾਲ ਗੱਲ ਕਰ, ਮੰਨ ਕੇ ਕੀ ਹੋਣਾ ਗਾ? ਉਹਦੀ ਹਵਸ ਦਾ ਸ਼ਿਕਾਰ। ਉਦੋਂ ਬਾਅਦ ਦੇ ਵਿੱਚ ਅਗਲਾ ਕਿਸੇ ਹੋਰ ਵੱਲ, ਜਿੰਨਾ ਟਾਈਮ ਉਹਦੇ ਇਸਤੇਮਾਲ ਦੇ ਵਿੱਚ ਰਹੂਗੀ, ਜਦੋਂ ਕੋਈ ਅਣਬਣ ਹੋ ਗਈ, ਉਹਨੂੰ ਕਿਸੇ ਹੋਰ ਗੱਲ ਦਾ ਪਤਾ ਲੱਗਿਆ, ਜਾਂ ਉਹ ਪ੍ਰੈਗਨੈਂਟ ਹੁੰਦੀ ਆ, ਜਾਂ ਉਹ ਭੱਜ ਜਾਂਦਾ ਗਾ, ਉਦੋਂ ਬਾਅਦ ਦੇ ਵਿੱਚ ਕਿਸੇ ਹੋਰ ਨਾਲ ਸਿਲਸਿਲਾ ਸ਼ੁਰੂ ਹੋ ਜਾਂਦਾ ਗਾ, ਉਹਨਾਂ ਟਾਈਮ ਚੱਲਦਾ ਗਾ। ਤਾਂ ਇਹ ਸੱਚਾਈ ਆ ਅੱਜ ਦੇ ਜ਼ਮਾਨੇ ਦੀ, 2020 ਦੀ ਗੱਲ ਮੈਂ ਕਰ ਰਿਹਾ ਗਾ। ਤਾਂ ਮੇਰਾ ਇਹ ਵੀਡੀਓ ਬਣਾਉਣ ਦਾ ਇੱਕੋ ਹੀ ਮਕਸਦ ਆ ਕਿ ਕੁੜੀਆਂ ਜਾਗਰੂਕ ਹੋਣ ਇਸ ਚੀਜ਼ ਦੇ ਉੱਤੋਂ, ਉਹਨਾਂ ਦੇ ਵਿੱਚ ਅਵੇਅਰਨੈਸ ਵਧੇ, ਉਹਨਾਂ ਨੂੰ ਇਹ ਚੀਜ਼ਾਂ ਦਾ ਪਤਾ ਲੱਗੇ, ਕਿਵੇਂ ਉਹਨਾਂ 'ਤੇ ਜਾਲ ਵਿਛਾਇਆ ਜਾਂਦਾ ਹੈ, ਅਤੇ ਬਾਅਦ ਦੇ ਵਿੱਚ ਸਾਰੀ ਉਮਰ ਦਾ ਪਛਤਾਵਾ ਕੋਲ ਰਹਿ ਜਾਂਦਾ, ਹੋਰ ਕੁਛ ਵੀ ਨਹੀਂ ਰਹਿੰਦਾ ਗਾ। ਇਹ ਜੋ ਮੈਂ ਗੱਲਾਂ ਬੋਲ ਰਿਹਾ ਏ, ਇਹ ਕੋਈ ਮੇਰੀ ਖੁਦ ਹੀ ਦਿਮਾਗੀ ਉਪਜ ਨਹੀਂ ਹੈ। ਬਹੁਤ ਜਲਦ ਇੱਕ ਕਿਤਾਬ ਆ ਰਹੀ ਆ, ਸ਼ਾਇਦ ਜਨਵਰੀ ਦੇ ਲਾਸਟ ਹਫਤੇ, ਉਸ ਦੇ ਵਿੱਚ ਔਰਤ ਸਮਾਜ ਅਤੇ ਮਰਦ ਸਮਾਜ ਦੋਨਾਂ ਦਾ ਵਰਣਨ ਕੀਤਾ ਹੋਇਆ ਹੈ, ਬੜੇ ਬਰੀਫ ਦੇ ਨਾਲ, ਬੜੇ ਸੌਖੇ ਸ਼ਬਦਾਂ ਦੇ ਵਿੱਚ ਕੀਤਾ ਹੋਇਆ ਹੈ, ਅਤੇ ਬੜੀ ਬਰੀਕੀ ਦੇ ਨਾਲ ਕੀਤਾ ਹੋਇਆ ਕਿ ਇੱਕ ਕੁੜੀ ਦੇ ਲਈ ਇਹ ਸਮਾਜ ਕਿਵੇਂ ਉਹਨੂੰ ਟਰੀਟ ਕਰਦਾ ਗਾ। ਫੋਰ ਐਗਜ਼ਾਮਪਲ, ਕੋਈ ਕੁੜੀ ਬਾਹਰ ਜਾਣਾ ਸ਼ੁਰੂ ਕਰਦੀ ਹੈ ਪੜ੍ਹਨ ਦੀ ਖਾਤਰ, ਸਭ ਤੋਂ ਪਹਿਲਾਂ ਬੱਸ ਦੇ ਵਿੱਚ ਜਿੰਨੇ ਮਰਦ, ਬੱਸ ਦਾ ਡਰਾਈਵਰ, ਕੰਡਕਟਰ, ਸਾਰਿਆਂ ਦਾ ਰਵੱਈਆ ਉਹਦੇ ਲਈ ਬਹੁਤ ਮਿੱਠਾ ਹੋਊਗਾ। ਕਿਉਂ ਹੋਊਗਾ? ਵਜ੍ਹਾ ਸਾਫ਼ ਆ। ਅੱਗੇ ਕਲਾਸਰੂਮ ਆ, ਉਹਦੇ ਟੀਚਰ ਆ ਮਰਦ, ਜਾਂ ਉਹਦੇ ਨਾਲ ਹਮ ਉਮਰ ਦੇ ਸਟੂਡੈਂਟ ਆ, ਤਾਂ ਉਹਨਾਂ ਦੀ ਵੀ ਉਹਦੇ 'ਤੇ ਨਜ਼ਰ ਰੱਖਣੀ ਆ, ਪੁੱਛਿਆ ਜਾਊਗਾ, ਉਹਦਾ ਟੈਸਟ ਕੀਤਾ ਜਾਊਗਾ, ਉਸ ਤਰ੍ਹਾਂ ਦੀ ਹਰਕਤ ਕਰਕੇ ਜਾਂ ਇਸ਼ਾਰੇ ਕਰਕੇ ਜਾਂ ਬੁਲਾ ਕੇ, ਜਾਂ ਵੀ ਇਹ ਕਿਹੋ ਜਿਹੀ ਆ, ਗੱਲ ਕਿਵੇਂ ਸਟਾਰਟ ਕਰੀਏ। ਇੱਕ ਵਾਰੀ ਕੁੜੀ ਨੇ ਬੋਲਣਾ ਸ਼ੁਰੂ ਕਰਤਾ ਤਾਂ ਫਿਰ ਉਹ ਮਿੰਨਤਾਂ ਕਰਨ ਵਾਲੇ ਤਾਂ ਸਾਰੀਆਂ ਹੱਦਾਂ ਪਾਰ ਹੋ ਜਾਂਦੀਆਂ ਹੈ। 1 ਸਾਲ 2 ਸਾਲ 3 ਸਾਲ ਵੀ ਉਹਦੇ ਮਗਰ
ਠੰਡ ਗਰਮੀ ਦੇ ਵਿੱਚ ਮੋਟਰਸਾਈਕਲ ਕਾਰ 'ਤੇ ਉਹ ਭਟਕਦਾ ਰਹੂਗਾ ਜਦੋਂ ਤੱਕ ਉਹਦੀ ਹਵਸ ਨਹੀਂ ਪੂਰੀ ਹੋ ਜਾਂਦੀ। ਹੋਰ ਕੰਮ ਹੀ ਨਹੀਂ ਹੈਗਾ ਪੰਜਾਬ ਦੇ ਵਿੱਚ। ਕਾਰਨ ਕੀ? ਵਿਹਲੇ ਆ, ਇਹੀ ਕੁਛ ਕਰਨਾ ਗਾ। ਇਹਦੇ ਨਾਲ ਹੋ ਕੀ ਰਿਹਾ ਗਾ? ਔਰਤ ਜਾਤ ਦੇ ਨਾਲ ਖਿਲਵਾੜ। ਕਾਹਦੇ ਲਈ? ਹਵਸ ਲਈ। ਸੋ ਆਪਾਂ ਹੋਰ ਕੋਈ ਸਪੀਸੀਜ਼ ਜਾਂ ਆਪਾਂ ਹੋਰ ਕੋਈ ਪ੍ਰਜਾਤੀ ਨਹੀਂ ਹੈ, ਆਪਾਂ ਨੂੰ ਸਮਝ ਇਹ ਚੀਜ਼ਾਂ ਦੀ ਲੋੜ ਆ। ਕੁੜੀਆਂ ਨੂੰ ਚੰਗੀ ਐਜੂਕੇਸ਼ਨ, ਸੈਕਸ ਐਜੂਕੇਸ਼ਨ ਦੇਣ ਦੀ, ਉਹਨਾਂ ਨੂੰ ਦੱਸਣ ਦੀ ਵੀ ਤੁਹਾਡੇ ਨਾਲ ਲੋਕ ਕਿਉਂ ਇਸ ਤਰ੍ਹਾਂ ਵਿਚਰ ਰਹੇ ਆ, ਕਿਉਂ ਤੁਹਾਨੂੰ ਉਹ ਫੋਰਸ ਕਰ ਰਹੇ ਆ। ਕੋਈ ਵੀ ਗੱਲ ਹੁੰਦੀ ਆ, ਕੋਈ ਪਰੇਸ਼ਾਨ ਕਰਦਾ ਹੈ, ਕੋਈ ਮੈਸੇਜ ਕਰਦਾ ਹੈ, ਕੋਈ ਮਰਨ ਦੀ ਧਮਕੀ ਦਿੰਦਾ, ਕੋਈ ਮਾਰਨ ਦੀ ਧਮਕੀ ਦਿੰਦਾ, ਕੋਈ ਤੇਜ਼ਾਬ ਪਾਉਣ ਦੀ ਧਮਕੀ ਦਿੰਦਾ, ਕੁਛ ਵੀ ਹੁੰਦਾ, ਘਰੇ ਕੁੜੀ ਨੂੰ ਦੱਸਣਾ ਚਾਹੀਦਾ, ਉਹਨਾਂ ਨੂੰ ਪੁਲਿਸ ਨੂੰ ਕੰਪਲੇਂਟ ਕਰਨੀ ਚਾਹੀਦੀ ਆ, ਸਬੂਤ ਬਣਾਉਣੇ ਚਾਹੀਦੇ ਆ, ਰਿਕਾਰਡਿੰਗ ਕਰਨੀ ਚਾਹੀਦੀ ਆ। ਜੇ ਡਰ ਕੇ ਆਪਣਾ ਇੱਜ਼ਤ ਨੂੰ ਖਿਲਵਾੜ ਕਰਵਾ ਲੈਣਾ ਤਾਂ ਫਿਰ ਇਹਦੇ ਵਿੱਚ ਕੋਈ ਸਮਝਦਾਰ ਵਾਲੀ ਗੱਲ ਨਹੀਂ ਹੁੰਦੀ ਗੀ। ਤਾਂ ਜ਼ਰੂਰ ਤੁਸੀਂ ਇਹ ਕਿਤਾਬ ਨੂੰ ਪੜ੍ਹਿਓ, ਕਿਉਂਕਿ ਇਹ ਕਿਤਾਬ ਕਿਸੇ ਇੱਕ ਥਾਂ 'ਤੇ ਬੈਠ ਕੇ ਨਹੀਂ ਲਿਖੀ ਗਈ। ਪੰਜਾਬ ਦੇ ਸਾਰੇ ਪਿੰਡਾਂ ਦੇ ਵਿੱਚ ਫਿਰ ਕੇ, ਨੌਜਵਾਨਾਂ ਦੇ ਨਾਲ ਗੱਲ ਕਰਕੇ, ਉਹਨਾਂ ਦੇ ਐਕਸਪੀਰੀਅੰਸ ਸੁਣ ਕੇ ਲਿਖੀ ਗਈ ਆ। ਕੁੜੀਆਂ ਦੇ ਗਰੁੱਪ ਵੱਲੋਂ ਕੁੜੀਆਂ ਦੇ ਤਜਰਬੇ ਸੁਣ ਕੇ ਉਹ ਲਿਖੀ ਗਈ ਹੈ ਅੱਜ ਦੇ ਜ਼ਮਾਨੇ ਦੇ ਨਾਲ। ਤਾਂ ਜਨਵਰੀ ਦੇ ਲਾਸਟ ਦੇ ਵਿੱਚ ਇੱਕ ਕਿਤਾਬ ਆਊਗੀ, ਔਰਤ ਸਮਾਜ ਅਤੇ ਮਰਦ ਸਮਾਜ। ਸੋ ਇਹ ਚੰਗੀ ਤਰ੍ਹਾਂ ਸ਼ੀਸ਼ਾ ਵਿਖਾਇਆ ਹੋਇਆ ਹੈ ਕਿ ਔਰਤਾਂ ਨੂੰ ਪਾਉਣ ਦੇ ਲਈ ਮਰਦ ਕੀ ਕੀ ਕਰਦੇ ਆ, ਕੀ ਕੁਛ ਕਰ ਸਕਦੇ ਆ, ਅਤੇ ਕੀ ਜ਼ਿੰਦਗੀ ਦਾ ਅਸਲ ਮਕਸਦ ਹੋਣਾ ਚਾਹੀਦਾ ਹੈ, ਸਾਫ਼ ਕੀਤਾ ਹੋਇਆ ਹੈ। ਕਿਵੇਂ ਆਪਾਂ ਆਪਣੇ ਲਈ ਇੱਕ ਵਧੀਆ ਜ਼ਿੰਦਗੀ ਜਿਉਣੀ ਆ। ਕਿਉਂ ਸਾਡੇ ਪੂਰਵਜਾਂ ਨੇ ਦੱਸਿਆ ਸੀ ਕਿ ਵਿਆਹ ਤੋਂ ਪਹਿਲਾਂ ਕੋਈ ਵੀ ਰਿਲੇਸ਼ਨਸ਼ਿਪ ਕਿੰਨਾ ਸਾਨੂੰ ਹਾਰਮ ਕਰਦਾ, ਉਹ ਕਿਉਂ ਕਰਦਾ, ਉਹਦੇ ਵਿੱਚ ਇਕੱਲੇ ਇਕੱਲੇ ਤੱਥ ਦੇ ਨਾਲ ਸਮਝਾਇਆ ਹੋਇਆ ਹੈ। ਇਸ ਦੇ ਨਾਲ ਸਾਡੀ ਮਾਨਸਿਕ ਦਿਸ਼ਾ 'ਤੇ ਕੀ ਫਰਕ ਪੈਂਦਾ, ਸਰੀਰਕ ਦਿਸ਼ਾ 'ਤੇ ਕੀ ਫਰਕ ਪੈਂਦਾ, ਵਿਆਹ ਤੋਂ ਬਾਅਦ ਵਾਲੀ ਜ਼ਿੰਦਗੀ 'ਤੇ ਕੀ ਫਰਕ ਪੈਂਦਾ ਹੈ। ਇਹ ਚੀਜ਼ਾਂ ਪਰਮਾਨੈਂਟ ਸਾਡੇ ਬ੍ਰੇਨ ਨੂੰ ਇਹ ਡੈਮੇਜ ਕਰਦੀਆਂ ਹੈ ਅੰਦਰੋਂ। ਜਿਹੜੀ ਮੈਮਰੀ ਹੁੰਦੀ ਆ ਸਾਨੂੰ ਕਦੇ ਜੀਣ ਨਹੀਂ ਦਿੰਦੀ ਬਾਅਦ ਦੇ ਵਿੱਚ। ਸੋ ਉਮੀਦ ਕਰਦਾ ਤੁਸੀਂ ਇਹ ਵੀਡੀਓ ਨੂੰ ਸ਼ੇਅਰ ਕਰੋਗੇ। ਜੋ ਵੀ ਚਾਹੁੰਦਾ ਹੈ ਕੁੜੀਆਂ ਦੇ ਵਿੱਚ ਜਾਗਰੂਕਤਾ ਆਵੇ, ਅਤੇ ਮੈਨੂੰ ਲੱਗਦਾ ਵੀ ਕਈ ਜੋ ਮਰਦ ਬਹੁਤ ਸਮਝਦਾਰ ਆ, ਸਿਆਣੇ ਆ, ਰਿਸਪੈਕਟ ਕਰਦੇ, ਉਹਨਾਂ ਨੂੰ ਇਹ ਵੀ ਫੀਲ ਹੋਊਗਾ ਕਿ ਮੇਰਾ ਪੂਰਾ ਬੰਦਿਆਂ ਨੂੰ ਗਲਤ ਕਰਤਾ, ਕੁੜੀਆਂ ਨੂੰ ਸਹੀ ਕਰਤਾ। ਉਸ ਕਿਤਾਬ ਜਦੋਂ ਪੂਰੀ ਆਊਗੀ ਤਾਂ ਦੋਨੇ ਹੀ ਤੱਥ ਤੁਹਾਡੇ ਸਾਹਮਣੇ ਆਉਣਗੇ, ਅਤੇ ਉਸ ਤੋਂ ਬਾਅਦ ਸਭ ਗੱਲਾਂ ਕਲੀਅਰ ਹੋ ਜਾਣਗੀਆਂ ਕਿ ਸਭ ਚੀਜ਼ਾਂ ਦੇ ਪਿੱਛੇ ਮਰਦ ਹੀ ਬੈਠਾ ਹੈ। ਠੀਕ ਹੈ ਜੀ, ਧੰਨਵਾਦ ਵੀਡੀਓ ਦੇਖਣ ਲਈ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ।